कच्चो कंचन भयो। शब्द गुर सरवण है सुनियो। बिखते अमृत होयो। नाम सत गुरुमुख पढ़ियो। लोयो होयो लाल। नदर सत गुरु जद तारै। पाहन मानिक करे। ज्ञान गुर कहो विचार। काठों श्री खंड सतगुर कियो। दुख दरिद्र तिनके गए। सतगुर चरण जिन परसया। से पश प्रेत सुर नर भये। सतगुर चरण जिन परसया। से पश प्रेत सुर नर भये। गुरु गरीब निवाज चबर छतर तख्त दे मालक। ज्ञान दे महान सूमे ज्ञान गुरु शब्द गुर पीरा। गहर गंभीरा बिन शब्द जग बौरानंग। खलत पलत दे रखियक। सर्ब सांझी वालता दे प्रतीक। मनुखता दे रहबर जुगो जुग अटल। धन धन सतगुरु गुरु ग्रंथ साहिब सच्चे पातशाह महाराज जीओ। सतगुरां दी मुबारक पवित्र पावन हजूरी अंदर सुभाईमान जुड़ मिल बैठे प्यारे सतसंगी जनों। सतगुरां ने अपार रहमत बख्शिश कृपा कीती है, जिस दा सदका गुरुदेव जी दे मुबारक चरनां च जुड़ मिल बैठण दा वडमुला बेशकीमती समा प्राप्त होया है। सतगुरां दी मुबारक हजूरी अंदर बैठ करके आप जी अपने वडमुले बेशकीमती जीवन नूं, समय नूं ਅਤੇ ਸਵਾਸਾਂ ਨੂੰ ਸਫਲਾ ਕਰਨ ਦਾ ਸਫਲ ਯਤਨ ਕਰ ਰਹੇ ਹੋ। ਅੱਜ ਖਾਸ ਕਰਕੇ ਭਾਰਤ ਦੇ ਅੰਦਰ ਔਰ ਇੱਥੇ ਵੀ ਦੀਵਾਲੀ ਦੇ ਤਿਉਹਾਰ ਨੂੰ ਮਨਾਇਆ ਜਾ ਰਿਹਾ ਹੈ। ਦੀਵਾਲੀ ਦਾ ਸੰਬੰਧ ਜਿਹੜਾ ਹੈ ਉਹ ਪ੍ਰਕਾਸ਼ ਨਾਲ ਹੈ, ਦੀਵਿਆਂ ਦੇ ਨਾਲ ਹੈ। ਹੁਣੇ ਹੀ ਆਪ ਜੀ ਨੇ ਇਸ ਹੀ ਪਵਿੱਤਰ ਸਥਾਨ ਦੇ ਹਜੂਰੀ ਰਾਗੀ ਸਾਹਿਬਾਨ ਤਿੰਨਾਂ ਪਾਸੋਂ ਅੰਮ੍ਰਿਤ ਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਆਓ महाराज कृपा करन जितना कुछ समा सानू सारियां नू गुरु की हजूरी दे अंदर बैठण दा प्राप्त होया है। आपां सारियां ने रल मिल के समय नू सफल करन दा यतन करना है, कोशिश करनी है। सुरत जिहड़ी है इसनू टिका के रखना है, क्योंकि सुरत है तद ही तुसीं सुन पाओगे जो इत्थे सुनाया जा रहा है। वो कीर्तन रूप के अंदर है, कथा रूप के अंदर है। अगर सुरत है तो जो तुसी सुनिया है फिर तुसी उसनू समझ भी सकते हो। अगर सुरत है तो जो तुहाडे द्वारा सुनिया गया है, जो समझा गया है,
ਤੁਸੀਂ ਉਹਦੇ ਅੰਦਰ ਸਮਾ ਵੀ ਸਕਦੇ ਹੋ। ਫਿਰ ਪਰ ਜੇਕਰ ਸੁਰਤ ਨਹੀਂ ਹੈ ਤਾਂ ਫਿਰ ਸੁਣਿਆ ਨਹੀਂ ਜਾਏਗਾ ਜੋ ਤੁਸੀਂ ਸੁਣ ਰਹੇ ਹੋ। ਜੇਕਰ ਸੁਰਤ ਨਹੀਂ ਹੈ ਫਿਰ ਤੁਸੀਂ ਸਮਝ ਨਹੀਂ ਪਾਓਗੇ, ਤੇ ਜੇਕਰ ਸੁਰਤ ਨਹੀਂ ਹੈ ਤੇ ਤੁਸੀਂ ਜੋ ਸਮਝੇ ਹੀ ਨਹੀਂ ਉਹਦੇ 'ਚ ਸਮਾ ਕਿਵੇਂ ਪਾਓਗੇ। ਸੋ ਇਹ ਬੇਨਤੀ ਹੈ ਕਿ ਆਪਾਂ ਸਾਰਿਆਂ ਨੇ ਆਪਣੀਆਂ ਮਨ ਬਿਰਤੀਆਂ ਨੂੰ, ਆਪਣੀ ਸੁਰਤੀ ਨੂੰ, ਆਪਣੀ ਬਿਰਤੀ ਨੂੰ ਗੁਰੂ ਚਰਨਾਂ 'ਚ ਟਿਕਾ ਕੇ ਰੱਖਣਾ ਹੈ। ਆਓ ਸਾਰੇ ਹੀ ਇੱਕ ਵਾਰੀ ਰਸਨਾ ਪਵਿੱਤਰ ਕਰੀਏ, ਗੁਰੂ ਫਤਿਹ ਨਾਲ ਜੁੜੀਏ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਰਵਿਦਾਸ ਜੀ ਦਾ ਇੱਕ ਪਾਵਨ ਬਚਨ ਹੈ। ਭਗਤ ਜੀ ਕਿਰਪਾ ਕਰਦੇ, ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ। ਕਿਉਂਕਿ ਅੱਜ ਦੇ ਤਿਉਹਾਰ ਦਾ ਸੰਬੰਧ ਜਿਹੜਾ ਹੈ ਉਹ ਦੀਪਕ ਨਾਲ ਹੈ, ਦੀਪ ਨਾਲ ਹੈ, ਚਾਨਣ ਨਾਲ ਹੈ, ਪ੍ਰਕਾਸ਼ ਨਾਲ ਹੈ। ਉਹ ਬਾਹਰ ਦਾ ਪ੍ਰਕਾਸ਼ ਹੈ। ਥੋੜੇ ਸਮੇਂ ਬਾਅਦ ਉਹ ਜਿਹੜੇ ਦੀਪਕ ਤੁਸੀਂ ਜਗਾਏ ਨੇ, 3 ਘੰਟਿਆਂ ਬਾਅਦ, 2 ਘੰਟਿਆਂ ਬਾਅਦ, 4 ਘੰਟਿਆਂ ਬਾਅਦ ਉਹਨਾਂ ਨੇ ਬੁਝ ਜਾਣਾ ਹੈ। ਪਰ ਇੱਕ ਦੀਪਕ ਐਸਾ ਵੀ ਹੈ ਜਿਹੜਾ ਕਦੇ ਬੁਝਦਾ ਨਹੀਂ। ਅਗਰ ਬੁਝ ਜਾਏ ਤੇ ਤੁਸੀਂ ਸੁਚੱਜੇ ਢੰਗ ਦੇ ਨਾਲ ਆਪਣਾ ਜੀਵਨ ਬਸਰ ਨਹੀਂ ਕਰ ਪਾਓਗੇ। ਆਪਾਂ ਬਾਹਰੀ ਦੀਪਕ ਦੀ ਗੱਲ ਨਹੀਂ ਕਰਨੀ, ਆਪਾਂ ਉਸ ਦੀਪਕ ਦੀ ਗੱਲ ਕਰਨੀ ਹੈ ਜਿਸ ਦੀਪਕ ਦੀ ਗੱਲ ਗੁਰੂ ਕੀ ਪਵਿੱਤਰ ਬਾਣੀ ਕਰ ਰਹੀ ਹੈ। ਦੇਖੋ, ਸਾਡਾ ਜੀਵਨ ਜਿਹੜਾ ਹੈ ਉਹ ਸਾਡੇ ਚੁਣਾਵ ਤੇ ਡਿਪੈਂਡ ਕਰਦਾ ਹੈ, ਸਾਡੀ ਚੋਣ ਤੇ ਡਿਪੈਂਡ ਕਰਦਾ ਹੈ। ਤੁਸੀਂ ਅੱਜ ਜੋ ਵੀ ਹੋ ਉਹ ਰਿਜ਼ਲਟ ਹੈ ਤੁਹਾਡੇ ਚੋਣ ਦਾ। ਤੁਸੀਂ ਪਹਿਲਾਂ ਚੋਣ ਕੀ ਕੀਤੀ ਹੈ, ਚੁਣਾਵ ਕੀ ਕੀਤਾ ਹੈ। ਅਗਰ ਆਪਾਂ ਹੱਸ ਰਹੇ ਹਾਂ ਤਾਂ ਅਸੀਂ ਚੁਣਿਆ ਹੋਣਾ ਹੈ। ਅਗਰ ਆਪਾਂ ਰੋ ਰਹੇ ਹਾਂ ਤੇ ਅਸੀਂ ਚੁਣਿਆ ਹੋਣਾ ਹੈ। ਅਗਰ ਆਪਾਂ ਸੁਖੀ ਹਾਂ ਤਾਂ ਚੁਣਿਆ ਹੋਣਾ ਹੈ। ਅਗਰ ਆਪਾਂ ਦੁਖੀ ਹਾਂ ਤਦ ਵੀ ਚੁਣਿਆ ਹੋਣਾ ਹੈ। ਔਰ ਹਮੇਸ਼ਾ ਹੀ ਤੁਹਾਡੇ ਸਮਕਸ਼ 2 ਰਾਹ ਹੋਣੇ ਨੇ ਜ਼ਿੰਦਗੀ ਦੇ ਅੰਦਰ। ਇੱਕ ਰਾਹ ਨੂੰ ਤੁਸੀਂ ਚੁਣਨਾ ਹੈ। ਹਮੇਸ਼ਾ ਹੀ 2 ਰਾਹ ਹੋਣਗੇ। ਚੰਗਾ ਰਾਹ ਵੀ ਹੋਵੇਗਾ, ਮਾੜਾ ਰਾਹ ਵੀ ਹੋਵੇਗਾ, ਬੁਰਾ ਵੀ ਹੋਵੇਗਾ, ਭਲਾ ਵੀ ਹੋਵੇਗਾ, ਧਰਮ ਵੀ ਹੋਵੇਗਾ, ਅਧਰਮ ਵੀ ਹੋਵੇਗਾ, ਸੱਚ ਵੀ ਹੋਵੇਗਾ, ਝੂਠ ਵੀ ਹੋਵੇਗਾ, ਇਮਾਨਦਾਰੀ ਵੀ ਹੋਵੇਗੀ, ਬੇਈਮਾਨੀ ਵੀ ਹੋਵੇਗੀ। ਹੁਣ ਪੂਰਨ ਰੂਪ ਦੇ ਅੰਦਰ ਤੁਸੀਂ ਸੁਤੰਤਰ ਹੋ। ਚੁਣਨ ਦੇ ਅੰਦਰ ਚੁਣਨਾ ਤੁਸੀਂ ਹੈ। ਕਈ ਵਾਰੀ ਨਾ ਆਪਾਂ ਇਹ ਗੱਲ ਕਹਿੰਦੇ ਆ ਕਿ ਪਰਮੇਸ਼ਰ ਦੇ ਹੱਥ ਦੇ ਅੰਦਰ ਸਭ ਕੁਝ ਹੈ। ਇਹਦੇ 'ਚ ਕੋਈ ਦੋਰਾਂ ਵਾਲੀ ਗੱਲ ਨਹੀਂ ਹੈ। ਪਰਮੇਸ਼ਰ ਦੇ ਹੱਥ ਦੇ ਅੰਦਰ ਸਾਡਾ ਪੂਰੇ ਦਾ ਪੂਰਾ ਜੀਵਨ ਹੈ। ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਤੇ ਗੁਰਦੇਵ ਜੀ ਕਹਿੰਦੇ, ਆਖਣ ਜੋਰ ਚੁੱਪੇ ਨਾ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਹੈ ਜੋਰ। ਇਸ ਪੌੜੀ ਦੇ ਅਖੀਰ ਦੇ ਅੰਦਰ ਗੁਰਦੇਵ ਕਹਿੰਦੇ, ਜਿਸ ਹੱਥ ਜੋਰ ਕਰ ਵੇਖੈ ਸੋਏ। ਕਿ ਸਾਡੇ ਕੋਲ ਇੰਨੀ ਤਾਕਤ, ਇਤਨੀ ਸਮਰੱਥਾ, ਇਤਨਾ ਬਲ ਨਹੀਂ ਕਿ ਆਪਾਂ ਇੱਕ ਬੋਲ ਹੀ ਬੋਲ ਸਕੀਏ। ਜ਼ੋਰ ਨਹੀਂ ਹੈ ਬੋਲਣ 'ਚ। ਚਲੋ ਬੋਲਣ ਦੇ ਅੰਦਰ ਤੇ ਤੁਹਾਡੀਆਂ 72-73 ਮਾਸਪੇਸ਼ੀਆਂ ਕੰਮ ਕਰਦੀਆਂ ਨੇ, ਫਿਰ ਤੁਸੀਂ ਬੋਲਦੇ ਹੋ। ਜੇਕਰ ਚੁੱਪ ਹੋਣਾ ਹੋਵੇ, ਹੁਣ ਚੁੱਪ ਹੋਣੇ ਤੇ ਕੋਈ ਤਾਕਤ ਨਹੀਂ ਨਾ ਲੱਗਦੀ। ਪਰ ਗੁਰਦੇਵ ਕਹਿੰਦੇ ਚੁੱਪ ਵੀ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਹੋ ਸਕਦੇ। ਚੁੱਪ ਰਹਿਣ 'ਚ ਵੀ ਜ਼ੋਰ ਨਹੀਂ ਹੈਗਾ। ਨਾ ਬੋਲਣ 'ਚ ਜ਼ੋਰ ਹੈ, ਨਾ ਚੁੱਪ ਰਹਿਣ 'ਚ ਜ਼ੋਰ ਹੈ, ਨਾ ਮੰਗਣ 'ਚ ਜ਼ੋਰ ਹੈ, ਨਾ ਕਿਸੇ ਨੂੰ ਕੁਝ ਦੇਣ 'ਚ ਜ਼ੋਰ ਹੈ, ਨਾ ਜੀਵਨ 'ਚ ਜ਼ੋਰ ਹੈ, ਨਾ ਮਰਨ 'ਚ ਜ਼ੋਰ ਹੈ। ਇਹ ਪੂਰੀ ਪੌੜੀ ਤੁਸੀਂ ਪੜ੍ਹੋਗੇ ਤੇ ਤੁਹਾਨੂੰ ਸਹਿਜੇ ਹੀ ਸਮਝ ਪੈ ਜਾਏਗੀ ਕਿ ਜਿਸ ਹੱਥ ਜ਼ੋਰ, ਕਿ ਜਿਸ ਦੇ ਹੱਥ ਦੇ ਅੰਦਰ ਜ਼ੋਰ ਹੈ, ਤਾਕਤ ਹੈ, ਬਲ ਹੈ, ਸਮਰੱਥਾ ਹੈ,
ਆਪਾਂ ਕਈ ਵਾਰੀ ਇਹ ਵੀ ਕਹਿੰਦੇ ਆ ਕਿ ਉਹਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿੱਲਦਾ। ਸੱਚ ਹੈ ਵੀ ਉਹਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿੱਲਦਾ। ਫਿਰ ਕਈ ਵਾਰੀ ਨਾ ਇਸ ਚੀਜ਼ ਨੂੰ ਲੈ ਕੇ ਇਸ ਸਿਧਾਂਤ ਦੀ ਦੁਰਵਰਤੋਂ ਵੱਡੇ ਪੱਧਰ ਤੇ ਹੁੰਦੀ ਹੈ। ਜਾਂ ਕਈ ਵਾਰੀ ਕਈ ਸੱਜਣ ਇਹ ਸਵਾਲ ਵੀ ਕਰ ਲੈਂਦੇ ਨੇ, ਤੁਹਾਡਾ ਵੀ ਸਵਾਲ ਹੋਵੇਗਾ ਵੀ ਜੇਕਰ ਸਾਰਾ ਕੁਝ ਉਹਦੀ ਮਰਜ਼ੀ ਨਾਲ ਹੁੰਦਾ ਹੈ ਫਿਰ ਬੁਰੇ ਨੂੰ ਬੁਰਾ ਕਿਉਂ ਕਹੀਏ? ਖੋਟੇ ਨੂੰ ਖੋਟਾ ਕਿਉਂ ਕਹੀਏ ਜੀ? ਚੋਰ ਨੂੰ ਚੋਰ ਫਿਰ ਕਿਉਂ ਕਹੀਏ? ਜਦੋਂ ਹੋ ਤੇ ਉਸ ਦੀ ਮਰਜ਼ੀ ਨਾਲ ਹੀ ਰਿਹਾ ਹੈ ਨਾ ਸਭ ਕੁਝ। ਹੁਣ ਚੋਰ ਚੋਰੀ ਕਰਦਾ ਹੈ ਤੇ ਚੋਰੀ ਵੀ ਉਹਦੀ ਮਰਜ਼ੀ ਨਾਲ ਹੀ ਕਰਦਾ ਪਿਆ। ਕੋਈ ਡਕੈਤ ਬੰਦਾ ਹੈ, ਉਹ ਡਕੈਤੀ ਕਰਦਾ ਹੈ, ਉਹਦੀ ਮਰਜ਼ੀ ਨਾਲ ਹੀ ਕਰਦਾ ਪਿਆ। ਕੋਈ ਬੁਰਾ ਬੋਲ ਰਿਹਾ ਹੈ, ਕੋਈ ਮਾੜਾ ਬੋਲਦਾ ਪਿਆ ਹੈ, ਉਹਦੀ ਮਰਜ਼ੀ ਨਾਲ ਹੀ ਬੋਲਦਾ ਪਿਆ ਨਾ। तो फिर कानून क्यों, अदालत क्यों? फिर ਆਪਾਂ बुरे बंदे ਨੂੰ बुरियां नज़रां नाल क्यों देखते हैं भी ये तो माड़ा बंदा है बई। और खोटे बंदे की तो असीं वैसे मदद भी नहीं करना चाहते। आपां कहने जी आपां ते जेकर किसी की मदद या सहायता करांगे तो आपां देखांगे वो चंगा बंदा है तो करांगे, जेकर बुरा है तो आपां क्यों लकीर भी इहदे नेड़े। पातशाह कहते हैं कि सारा कुछ उसकी मर्जी नाल हो रहा है। तो कई बारी साडे समक्ष सवाल हुंदा है कि जेकर सब कुछ उसकी मर्जी नाल हुंदा है फिर उन्हां नूं बरी करो जिन्हां नूं तुसीं दोषी मानदे हो। ऐसा ही सवाल एक व्यक्ति लैके एक जैन फकीर कोल पहुंच जाता। उन्होंने कहता जी सब कुछ परमात्मा की मर्जी नाल हुंदा है? वो कहता हाँ बिल्कुल सब कुछ परमात्मा की मर्जी नाल हुंदा है। कहता मैं तो सुनिया भी पत्ता भी उसकी मर्जी तो बिना नहीं हिलदा। वो कहता तू दुरुस्त सुनिया है, सही सुनिया है। कहता एक बारी फिर विचार कर लो भी सब कुछ उसकी मर्जी नाल ही हुंदा है। वो फकीर कहता भी सारा कुछ उसकी मर्जी नाल ही हुंदा है, भी तू दस की कहना चाहता है? कहते बस मैं तो फिर यही कहना चाहता जेकर सारा कुछ उसकी मर्जी नाल हुंदा है तो चोर चोरी भी उसकी मर्जी नाल ही करता पिया, बुरा बंदा बुरे काम भी उसकी मर्जी नाल ही करता पिया। वो फकीर कहता खड़ा हो जा। कहता महाराज नाराज हो गए हो, मैं तो सवाल ही किया। कहता नहीं मैं तेरे सवाल का जवाब दे रहा, खड़ा हो जा। वो खड़ा हो जाता है जी। वो फकीर कहता एक पैर चक लै। वो पैर चक लेंदा है। फकीर कहता दूजा भी चक लै। वो कहता कमाल कर दिओ महाराज, एक पैर ते धरती तो चक्या जा सकता है, दूजा किवें चक्कां? दूजा चक्कांगा तो डिग पांगा मैं। एक समय इक्को ही पैर चक्या जा सकता है, वो मैं चक लिया, दूजा किवें चक्कां? फकीर कहता तेरे सवाल का जवाब तेनों मिल गया जा। वो कहता महाराज मेरे को इन्नी समझ नहीं हैगी भी तुसीं इशारा करो तो मैं समझ जा, मैनू कुछ भी नहीं पता लगा भी कहना की चाहते हो तुसीं, ये समझाओ। वो फकीर कहता कि देख मैं तो सिर्फ इन्ना को कहना चाहता हाँ, मैं तेनू क्या पैर चक, मैं तेनू ये नहीं सी क्या भी सज्जा चक या खब्बा चक, वो तेरी मर्जी सी। तू सज्जा भी चक सकदा सी, खब्बा भी चक सकदा, वो तेरी मर्जी सी। मैं तो सिर्फ इन्ना ही कहा सी भी पैर चक लै, अग्यों तू स्वतंत्र सी, तू आजाद सी, तेरी मर्जी सी, तेरी इच्छा सी, तू सज्जे भी चक सकदा सी, खब्बे भी चक सकदा सी। फिर मैं तेनू कहा कि दूजा भी चक लै, तू क्या आप ही कि दूजा नहीं चक्या जा सकता। असी कर्म विच सारे ही बजे हुए हैं, पर कर्म करना किहड़ा है, पैर चकना किहड़ा है, ਉਹਦੇ 'ਚ ਤੁਸੀਂ ਆਜ਼ਾਦ ਹੋ। ਅਸੀਂ ਦੇਖ ਸਾਰੇ ਹੀ ਰਹੇ ਹਾਂ ਨਾ, ਪਰ ਦੇਖਣਾ ਕੀ ਹੈ ਇਹ ਤੁਸੀਂ ਡਿਸਾਈਡ ਕਰਨਾ ਹੈ। ਸੁਣ ਅਸੀਂ ਸਾਰੇ ਹੀ ਰਹੇ ਹਾਂ, ਪਰ ਸੁਣਨਾ ਕੀ ਹੈ
ਇਹ ਤੁਹਾਡੀ ਮਰਜ਼ੀ ਤੇ ਹੈ। ਬੀਜਣਾ ਸਾਰਿਆਂ ਨੇ ਹੀ ਹੈ, ਪਰ ਬੀਜਣਾ ਕੀ ਹੈ ਇਹ ਤੁਹਾਡੀ ਮਰਜ਼ੀ ਹੈ। ਤੁਸੀਂ ਕੀ ਬੀਜਣਾ ਚਾਹੁੰਦੇ ਹੋ? ਹਾਂ, ਬੀਜ ਲਿਆ, ਬੀਜਣ ਤੋਂ ਬਾਅਦ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਨਾ ਹੁਣ ਤੇ ਮੈਂ ਦੂਜਾ ਪੈਰ ਚੱਕਣਾ ਹੈ। ਦੂਜਾ ਨਹੀਂ ਚੱਕ ਸਕਦੇ। ਫਿਰ ਜੋ ਬੀਜਿਆ ਉਹਦਾ ਰਿਜ਼ਲਟ ਆਉਣਾ ਹੈ, ਚੰਗਾ ਵੀ ਬੁਰਾ ਵੀ, ਜੋ ਤੁਸੀਂ ਬੀਜਦੇ ਹੋ। ਭਾਈ ਗੁਰਦਾਸ ਜੀ ਨੇ ਬੜੀ ਕੀਮਤੀ ਗੱਲ ਕਹੀ। ਉਹ ਕਹਿੰਦੇ ਕਿ ਦੇਖੋ, ਆਪਾਂ ਖੇਤੀਬਾੜੀ ਕਰਦੇ ਹਾਂ, ਜ਼ਮੀਨ ਹੈ ਤੁਹਾਡੀ, ਤੁਸੀਂ ਦੇਖਿਆ ਵੀ ਸਮਾਂ ਵੱਤਰ ਸਹੀ ਹੈ, ਰੁੱਤ ਸਹੀ ਹੈ, ਤੇ ਕੁਝ ਨਾ ਕੁਝ ਬੀਜ ਦੇਣਾ ਚਾਹੀਦਾ ਹੈ। ਤੁਸੀਂ ਕਿਸੇ ਨੂੰ ਬੁਲਾਇਆ, ਕਿਸੇ ਟਰੈਕਟਰ ਵਾਲੇ ਵੀਰ ਨੂੰ ਬੁਲਾਇਆ, ਉਹਨੂੰ ਕਿਹਾ ਵੀ ਧਰਤੀ ਤਿਆਰ ਹੋ ਗਈ ਹੈ, ਵਾਹ ਜਾ। ਉਹ ਆਇਆ, ਉਹਨੇ ਵਾਹ ਦਿੱਤਾ। ਤੁਸੀਂ ਕਿਸੇ ਸੱਜਣ ਨੂੰ ਬੁਲਾਇਆ, ਭਈ ਇਸ ਤਰ੍ਹਾਂ ਕਰ, ਆ ਬੀਜ ਖਿਲਾਰ ਦੇ, ਉਹ ਬੀਜ ਖਿਲਾਰ ਗਿਆ। ਫਿਰ ਤੁਸੀਂ ਕਿਸੇ ਨੂੰ ਬੁਲਾਇਆ, ਭਈ ਆ ਜਿਹੜੀ ਬੀਜ ਬੀਜਿਆ ਇਹਦੇ 'ਚ ਖਾਦ ਦਵਾਈ ਪਾ ਦੇ ਵੀਰ, ਉਹ ਖਾਦ ਦਵਾਈ ਪਾ ਗਿਆ। ਫਿਰ ਪਾਣੀ ਦੇਣ ਵਾਲਾ ਕੋਈ ਹੋਰ ਸੀ, ਉਸ ਦੀ ਰਖਵਾਲੀ ਕਰਨ ਵਾਲਾ ਕੋਈ ਹੋਰ ਸੀ, ਤੇ ਜਦੋਂ ਫਸਲ ਤਿਆਰ ਹੋ ਗਈ ਪੱਕ ਕੇ, ਉਹਨੂੰ ਵੱਢਣ ਵਾਲਾ ਕੋਈ ਹੋਰ ਹੁੰਦਾ ਹੈ। ਤੇ ਜਦੋਂ ਮੰਡੀ 'ਚ ਪਹੁੰਚ ਗਈ, ਉਹਨੂੰ ਖਰੀਦਣ ਵਾਲਾ ਕੋਈ ਹੋਰ ਹੁੰਦਾ ਹੈ, ਤੇ ਗੁਰਮੁਖ ਪਿਆਰਿਓ ਉਸ ਨੂੰ ਖਾਣ ਵਾਲਾ ਕੋਈ ਹੋਰ ਹੀ ਹੁੰਦਾ ਹੈ। ਹੁਣ ਜਿਹੜੀ ਇਹ ਧਰਤੀ ਹੈ, ਇਹਨੂੰ ਬੀਜਣ ਵਾਲਾ ਕੋਈ ਹੋਰ ਹੈ, ਵੱਢਣ ਵਾਲਾ ਕੋਈ ਹੋਰ ਹੈ, ਖਾਣ ਵਾਲਾ ਕੋਈ ਹੋਰ ਹੈ। ਪਰ ਇਹ ਗੱਲ ਚੇਤੇ ਰੱਖਿਓ, ਜਿਹੜੀ ਸਰੀਰ ਰੂਪੀ ਧਰਤੀ ਹੈ ਨਾ, ਇਹਦੇ 'ਚ ਬੀਜਣਾ ਤੁਸੀਂ, ਇਹਦੀ ਸਿੰਚਾਈ ਕਰਨੀ ਤੁਸੀਂ, ਇਹਨੂੰ ਪਾਣੀ ਦੇਣਾ ਤੁਸੀਂ, ਇਹਨੂੰ ਵੱਢਣਾ ਤੁਸੀਂ, ਇਹਨੂੰ ਖਾਣਾ ਤੁਸੀਂ। ਕੋਈ ਵੀ ਦੂਜਾ ਜਾਂ ਤੀਜਾ ਬੰਦਾ ਜਿਹੜਾ ਹੈ, ਉਹ ਤੁਹਾਡੇ ਤੇ ਤੁਹਾਡੇ ਕਰਮਾਂ ਦੇ ਵਿਚਕਾਰ ਨਹੀਂ ਆ ਸਕਦਾ। ਇਹਨੂੰ ਗੁਰਦੇਵ ਜੀ ਕਹਿੰਦੇ, ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਗੁਰਦੇਵ ਕਹਿੰਦੇ ਤੂੰ ਕਿਸੇ ਨੂੰ ਦੋਸ਼ ਨਹੀਂ ਦੇ ਸਕਦਾ। ਇਹ ਚੋਣ ਤੇਰੀ ਹੈ, ਚੁਣਾਵ ਤੇਰਾ ਹੈ। ਜੋ ਜੋ ਤੂੰ ਚੁਣਿਆ ਹੈ, ਵੈਸਾ ਹੀ ਤੇਰਾ ਜੀਵਨ ਬਣਿਆ ਹੈ। ਹੁਣ ਜਿੱਥੇ ਵੀ ਤੁਸੀਂ ਬੈਠੇ ਹੋ ਨਾ, ਇਹ ਤੁਹਾਡੀ ਚੋਣ ਹੈ। ਹੁਣ ਅੱਜ ਦੇਖੋ ਨਾ, ਦੀਵਾਲੀ ਦਾ ਤਿਉਹਾਰ ਹੈ, ਕਈਆਂ ਨੇ ਚੁਣ ਲਿਆ ਹੈ ਕਿ ਮੈਂ ਗੁਰਦੁਆਰਾ ਸਾਹਿਬ ਜਾਣਾ ਹੈ। ਕਈਆਂ ਨੇ ਚੁਣਿਆ ਹੋਣਾ ਹੈ ਵੀ 4 ਮਿੱਤਰ ਬਾਹਾਂਗੇ ਇਕੱਠੇ, ਗੱਪਾਂ ਛੱਪਾਂ ਮਾਰਾਂਗੇ, ਕੋਈ ਸ਼ਰਾਬ ਪੀਵਾਂਗੇ, ਕੁਝ ਖਾਵਾਂਗੇ, ਕੁਝ ਪੀਵਾਂਗੇ। ਇਹ ਉਹਨਾਂ ਦੀ ਚੋਣ ਹੈ। ਇਹ ਉਹਨਾਂ ਨੇ ਆਪਣੀ ਸਮਝ ਨਾਲ ਚੁਣਿਆ, ਤੁਸੀਂ ਆਪਣੀ ਸਮਝ ਨਾਲ ਚੁਣਿਆ। ਹਰੇਕ ਬੰਦਾ ਚੋਣ ਕਰਦਾ ਹੈ ਆਪਣੀ ਸਮਝ ਦੇ ਮੁਤਾਬਕ। ਹੁਣ ਜਿਹੜੀ ਚੋਣ ਹੈ ਗੁਰਸਿੱਖ ਪਿਆਰਿਓ, ਉਹ ਤੁਹਾਡੇ ਜੀਵਨ ਨੂੰ ਦਿਸ਼ਾ ਦਿੰਦੀ ਹੈ ਤੇ ਤੁਹਾਡੀ ਦਸ਼ਾ ਬਦਲਦੀ ਹੈ। ਜਿਹੜੀ ਚੋਣ ਹੈ, ਜਿਹੜਾ ਚੁਣਾਵ ਹੈ, ਰਾਹ ਦੋ ਨੇ। ਤੁਸੀਂ ਚੰਗਾ ਵੀ ਚੁਣ ਸਕਦੇ ਹੋ, ਤੁਸੀਂ ਬੁਰਾ ਵੀ ਚੁਣ ਸਕਦੇ ਹੋ। ਤੁਸੀਂ ਸੱਜਾ ਪੈਰ ਵੀ ਚੱਕ ਸਕਦੇ ਹੋ, ਖੱਬਾ ਪੈਰ ਵੀ ਚੱਕ ਸਕਦੇ ਹੋ, ਤੁਹਾਡੀ ਇੱਛਾ ਹੈ ਤੁਸੀਂ ਕਿਹੜਾ ਪੈਰ ਚੱਕਣਾ ਹੈ। ਪਰ ਜਦੋਂ ਚੱਕ ਲਿਆ, ਚੱਕਣ ਤੋਂ ਬਾਅਦ ਉਸ ਨੂੰ ਬਦਲਿਆ ਨਹੀਂ ਜਾ ਸਕਦਾ। ਇਹ ਸਰੀਰ ਰੂਪੀ ਧਰਤੀ ਦਾ ਨਿਯਮ ਹੈ ਕਿ ਜੋ ਤੁਸੀਂ ਇਹਦੇ 'ਚ ਬੀਜ ਦਿੱਤਾ ਹੈ, ਉਹਨੇ ਫਲੀਭੂਤ ਹੋਣਾ ਹੈ। ਹੁਣ ਭਗਤ ਰਵਿਦਾਸ ਜੀ ਕਹਿੰਦੇ ਕਿ ਇੱਕ ਦੀਪਕ ਐਸਾ ਹੈ ਜਿਨੇ ਤੁਹਾਨੂੰ ਸਹੀ ਸੇਧ ਦੇਣੀ ਹੈ। ਇਹ ਦੀਪਕ ਅਸੀਂ ਹਰ ਸਾਲ ਲਾਉਂਦੇ ਹਾਂ। ਹਰ ਸਾਲ ਜਦੋਂ ਦੀਵਾਲੀ ਹੁੰਦੀ ਹੈ ਤੁਸੀਂ ਘਰਾਂ 'ਚ ਜਗਾਉਂਦੇ ਹੋ, ਚੰਗੀ ਗੱਲ ਹੈ, ਮਾੜੀ ਗੱਲ ਨਹੀਂ ਹੈਗੀ। ਪਰ ਇੱਕ ਦੀਪਕ ਐਸਾ ਹੈ, ਗੁਰਦੇਵ ਕਹਿੰਦੇ ਉਹ ਧੁੰਦਲਾ ਨਹੀਂ ਹੋਣਾ ਚਾਹੀਦਾ। ਉਹ ਕਿਹੜਾ ਦੀਪਕ ਹੈ ਜੀ? ਭਗਤ ਰਵਿਦਾਸ ਜੀ ਕਹਿੰਦੇ ਉਹ ਦੀਪਕ ਹੈ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ। ਉਹ ਵਿਵੇਕ ਦਾ ਦੀਵਾ ਹੈ।
ਜਿਹੜਾ ਵਿਵੇਕ ਹੈ ਉਹਨੇ ਤੁਹਾਨੂੰ ਚੋਣ ਕਰਨ 'ਚ ਮਦਦ ਕਰਨੀ ਹੈ। ਕੀ ਚੁਣਨਾ ਤੁਸੀਂ? ਅਗਰ ਤੁਸੀਂ ਵਿਵੇਕੀ ਹੋ ਤੁਸੀਂ ਸਹੀ ਚੋਣ ਕਰੋਗੇ, ਅਗਰ ਤੁਸੀਂ ਵਿਵੇਕੀ ਨਹੀਂ ਹੋ ਤੁਸੀਂ ਗਲਤ ਚੋਣ ਕਰੋਗੇ। ਤੇ ਜਿਹੜੀ ਚੋਣ ਤੁਸੀਂ ਕਰ ਲਈ ਉਸੇ ਟਰੈਕ ਤੇ ਤੁਹਾਡਾ ਜੀਵਨ ਪੈ ਜਾਣਾ, ਜੋ ਵੀ ਤੁਸੀਂ ਚੁਣਿਆ। ਭਗਤ ਰਵਿਦਾਸ ਜੀ ਕਹਿੰਦੇ ਕਿ ਅਵਿਦਿਆ ਕੀ ਕਰਦੀ ਹੈ? ਤੁਹਾਡੇ ਵਿਵੇਕ ਨੂੰ ਮਲੀਨ ਕਰ ਦਿੰਦੀ ਹੈ, ਮੈਲਿਆਂ ਕਰ ਦਿੰਦੀ ਹੈ, ਮੱਧਮ ਕਰ ਦਿੰਦੀ ਹੈ। ਅਵਿਦਿਆ ਕੀ ਹੈ ਜੀ? ਅਵਿਦਿਆ ਤੋਂ ਭਾਵ ਅਗਿਆਨਤਾ। ਇੱਕ ਹਨੇਰਾ ਹੈ, ਸੂਰਜ ਚੜ੍ਹਦਾ ਹੈ, ਹਨੇਰਾ ਖਤਮ ਹੋ ਜਾਂਦਾ ਹੈ। ਦੀਪਕ ਜਗਦਾ ਹੈ, ਹਨੇਰਾ ਖਤਮ ਹੋ ਜਾਂਦਾ ਹੈ। ਲਾਈਟ ਜਗਦੀ ਹੈ, ਹਨੇਰਾ ਖਤਮ ਹੋ ਜਾਂਦਾ ਹੈ। ਪਰ ਇੱਕ ਹਨੇਰਾ ਐਸਾ ਹੈ ਗੁਰਮੁਖ ਪਿਆਰਿਓ, ਜਿਹਨੂੰ ਅਗਿਆਨਤਾ ਦਾ ਹਨੇਰਾ ਕਿਹਾ ਜਾਂਦਾ ਹੈ। ਉਹ ਹਨੇਰਾ ਤਦ ਛੱਟਦਾ ਹੈ ਜੇਕਰ ਤੁਹਾਡੇ ਕੋਲ ਵਿਵੇਕ ਹੈ। ਵਿਵੇਕ ਦਾ ਅਖਰ ਅਰਥ ਕੀ ਹੁੰਦਾ ਹੈ ਜੀ? ਬਿਬ ਪਲਸ ਏਕ, ਬਿਬ ਕਹੀਏ ਦੋ, ਏਕ ਦਾ ਭਾਵ ਇੱਕ। ਭਾਵ ਕਿ ਤੁਹਾਡੇ ਸਮਕਸ਼ ਦੋ ਰਾਹ ਹੋਣੇ ਨੇ, ਤੁਸੀਂ ਚੁਣਨਾ ਇੱਕ। ਅਗਰ ਤੁਸੀਂ ਵਿਵੇਕੀ ਹੋ ਤੁਸੀਂ ਸਹੀ ਚੁਣ ਲੈਣਾ ਹੈ, ਅਗਰ ਵਿਵੇਕੀ ਨਹੀਂ ਤੁਸੀਂ ਸਹੀ ਚੋਣ ਨਹੀਂ ਕਰ ਸਕਦੇ। ਔਰ ਸਾਡੀ ਪੂਰੀ ਦੀ ਪੂਰੀ ਜ਼ਿੰਦਗੀ ਜਿਹੜੀ ਹੈ, ਉਹ ਫਿਰ ਮੈਂ ਦੁਬਾਰਾ ਦੁਹਰਾ ਦਿਆਂ, ਉਹ ਤੁਹਾਡੇ ਚੋਣ ਨੇ, ਉਹ ਤੁਹਾਡੇ ਚੁਣਾਵ ਨੇ। ਤੁਸੀਂ ਚੁਣਿਆ ਕੀ ਹੈ? ਜੋ ਤੁਸੀਂ ਚੁਣਿਆ ਹੈ ਉਹ ਤੁਹਾਡੇ ਜੀਵਨ 'ਚ ਹੋਣਾ ਸ਼ੁਰੂ ਹੋ ਜਾਣਾ ਹੈ। ਪਾਤਸ਼ਾਹ ਕਹਿੰਦੇ ਫਿਰ ਤੂੰ ਕਿਸੇ ਦੇ ਸਿਰ ਤੇ ਦੋਸ਼ ਨਹੀਂ ਮੜ ਸਕਦਾ, ਤੇਰੀ ਜ਼ਿੰਮੇਵਾਰੀ ਹੈ। ਤੂੰ ਚੁਣਿਆ ਹੈ, ਜੈਸਾ ਚੁਣਿਆ ਹੈ, ਹੁਣ ਤੈਨੂੰ ਉਸ ਦੇ ਲਈ ਤਿਆਰ ਹੋਣਾ ਪਏਗਾ। ਆਪਾਂ ਕਈ ਵਾਰੀ ਉਲਾਮੇ ਦਿੰਦੇ ਹਾਂ, ਗਿਲੇ ਕਰਦੇ ਹਾਂ ਜੀ, ਦੇਖੋ ਮੈਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ, ਪਰ ਮੇਰਾ ਪਤਾ ਨਹੀਂ ਮਾੜਾ ਕਿਉਂ ਹੁੰਦਾ ਹੈ। ਮੈਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ, ਪਰ ਮੇਰੇ ਜੀਵਨ 'ਚ ਪਤਾ ਨਹੀਂ ਦੁੱਖ ਕਿਉਂ ਆ ਰਹੇ ਨੇ। ਗੁਰਦੇਵ ਜੀ ਨੇ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਹੈ ਕਿ ਬੀਜਿਆ ਤੂੰ ਸੀ ਪਰ ਤੂੰ ਭੁੱਲ ਗਿਆ ਹੋਵੇਂਗਾ। ਬੀਜ ਕੇ ਭੁੱਲ ਗਿਆ ਹੋਵੇਂਗਾ, ਬੀਜਿਆ ਤੇ ਸੀ ਨਾ। ਸਾਡੀ ਪਰੇਸ਼ਾਨੀ ਪਤਾ ਕੀ ਹੈ ਗੁਰਮੁਖ ਪਿਆਰਿਓ? ਸਾਡੀ ਦਿੱਕਤ ਕੀ ਹੈ? ਆ ਜਿਹੜੀ ਸਰੀਰ ਰੂਪੀ ਧਰਤੀ ਹੈ ਇਹ ਨਹੀਂ ਭੁੱਲਦੀ, ਆਪਾਂ ਭੁੱਲ ਜਾਂਦੇ ਹਾਂ। ਆਪਾਂ ਕੋਈ ਬੀਜ ਬੀਜਿਆ ਭੁੱਲ ਗਏ। ਔਰ ਖਾਸ ਕਰਕੇ ਜਦੋਂ ਆਪਾਂ ਕਿਸੇ ਦਾ ਬੁਰਾ ਕਰਦੇ ਹਾਂ ਨਾਲ ਦੀ ਨਾਲ ਭੁੱਲ ਜਾਂਦੇ ਹਾਂ, ਤੇ ਜੇਕਰ ਕੋਈ ਸਾਡਾ ਬੁਰਾ ਕਰਦਾ ਹੈ ਅਸੀਂ ਸਦੀਆਂ ਯਾਦ ਰੱਖਦੇ ਹਾਂ। ਸਦੀਆਂ ਤੋਂ ਭਾਵ ਕੀ ਹੈ? ਕਈ ਸਾਲ। ਬਈ ਫਲਾਣੇ ਬੰਦੇ ਨੇ ਫਲਾਣੇ ਸਮੇਂ ਮੈਨੂੰ ਆਹ ਗੱਲ ਕਹੀ ਸੀ, ਯਾਦ ਹੈ, ਪਰ ਮੈਂ ਉਹਨੂੰ ਕੀ ਕਿਹਾ ਸੀ ਉਹ ਮੈਨੂੰ ਭੁੱਲ ਗਿਆ। ਪਾਤਸ਼ਾਹ ਕਹਿੰਦੇ ਕਿ ਜਿਹੜੀ ਆ ਸਰੀਰ ਰੂਪੀ ਧਰਤੀ ਹੈ, ਇਹਦੇ ਜੋ ਤੁਸੀਂ ਬੀਜਿਆ ਇਹਨੂੰ ਯਾਦ ਹੈ, ਤੁਸੀਂ ਭੁੱਲ ਚੁੱਕੇ ਹੋ। ਜੋ ਵੀ ਤੁਹਾਡੇ ਜੀਵਨ 'ਚ ਹੋ ਰਿਹਾ ਹੈ ਉਹ ਗੁਰਦੇਵ ਕਹਿੰਦੇ ਜੋ ਤੁਸੀਂ ਬੀਜਿਆ ਹੈ ਉਹੀ ਪੈਦਾ ਹੋ ਰਿਹਾ ਹੈ, ਉਹੀ ਉੱਗਦਾ ਪਿਆ ਹੈ, ਉਹੀ ਪ੍ਰਫੁੱਲਿਤ ਹੁੰਦਾ ਹੈ। ਹਾਂ, ਦਾਨਸਵੰਤ ਸੱਜਣ ਕਹਿੰਦੇ ਕਿ ਕੁਝ ਬੀਜ ਐਸੇ ਨੇ ਜਿਹੜੇ ਸਮਾਂ ਲੈਂਦੇ ਨੇ, ਵਕਤ ਲੱਗਦਾ ਹੈ। ਤੁਸੀਂ ਅੱਜ ਬੀਜਿਆ ਨਾਲ ਦੀ ਨਾਲ ਉਹਨੇ ਅੰਕੁਰਿਤ ਨਹੀਂ ਹੋ ਜਾਣਾ, ਵਕਤ ਲੱਗੇਗਾ, ਸਮਾਂ ਲੱਗੇਗਾ। ਚੰਗਾ ਬੀਜੋਗੇ ਤਦ ਵੀ ਸਮਾਂ ਲੱਗਦਾ ਹੈ। ਆਪਾਂ ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ, ਅੰਮ੍ਰਿਤ ਵੇਲੇ ਜਾਗਣਾ ਸ਼ੁਰੂ ਕਰ ਦਿੱਤਾ, ਤਾਂ ਨਾਲ ਦੀ ਨਾਲ ਸਾਡੀ ਇੱਛਾ ਹੁੰਦੀ ਹੈ ਵੀ ਹੁਣੇ ਹੀ ਸਭ ਕੁਝ ਮਿਲ ਜਾਏ ਮੈਨੂੰ। ਭਾਈ ਸਾਹਿਬ ਮੇਰਾ ਮਨ ਨਹੀਂ ਲੱਗਦਾ, ਭਾਈ ਸਾਹਿਬ ਮੇਰਾ ਮਨ ਨਹੀਂ ਟਿਕਦਾ, ਮੈਂ ਜਦੋਂ ਗੁਰਬਾਣੀ ਪੜ੍ਹਦਾ ਹਾਂ ਮੇਰਾ ਮਨ ਭਟਕਦਾ ਬੜਾ ਹੈ। ਤਾਂ 2 ਦਿਨ ਤੁਸੀਂ ਅਜੇ ਸ਼ੁਰੂਆਤ ਕੀਤੀ ਹੈ, ਦੂਸਰੇ ਦਿਨ ਹੀ ਆਪਾਂ ਚਾਹੁੰਦੇ ਹਾਂ ਕਿ ਸਾਡਾ ਮਨ ਟਿਕ ਜਾਏ, ਸਾਡਾ ਮਨ ਸਥਿਰ ਹੋ ਜਾਏ। ਨਹੀਂ ਗੱਲ ਬਣੇਗੀ। ਹੌਲੀ ਹੌਲੀ ਸਮਾਂ ਬਣੇਗਾ। ਜੋ ਤੁਸੀਂ ਬੀਜਿਆ ਹੈ ਅੰਕੁਰਿਤ ਹੋਏਗਾ, ਜੋ ਤੁਸੀਂ ਬੀਜਿਆ ਵੱਡਾ ਹੋਏਗਾ। ਫਿਰ ਜੋ ਤੁਸੀਂ ਬੀਜਿਆ ਉਹਨੂੰ ਫੁੱਲ ਲੱਗਣਗੇ, ਜੋ ਤੁਸੀਂ ਬੀਜਿਆ ਉਹਨੂੰ ਫਲ ਵੀ ਲੱਗਣੇ ਨੇ। ਹਾਂ, ਇੱਕ ਗੱਲ ਚੇਤੇ ਰੱਖਣੀ ਹੈ
ਕਿ ਜਿਹੜੀ ਅਵਿਦਿਆ ਹੈ ਇਹਦੇ ਨਾਲ ਤੁਹਾਡਾ ਵਿਵੇਕ ਦਾ ਦੀਪਕ ਮੈਲਾ ਨਹੀਂ ਹੋਣਾ ਚਾਹੀਦਾ, ਉਹ ਤੇ ਜਗਦਾ ਰਹਿਣਾ ਚਾਹੀਦਾ। ਅਗਰ ਜਗੇਗਾ ਤੁਸੀਂ ਸਹੀ ਫੈਸਲੇ ਕਰੋਗੇ, ਤੁਸੀਂ ਸਹੀ ਨਿਰਣੇ ਲਓਗੇ, ਤੁਸੀਂ ਸਹੀ ਚੋਣ ਕਰੋਗੇ। ਅਗਰ ਉਹ ਬੁੱਝ ਜਾਂਦਾ ਹੈ ਤੇ ਫਿਰ ਗੁਰਮੁਖ ਪਿਆਰਿਓ ਤੁਹਾਡੇ ਫੈਸਲੇ ਗਲਤ ਹੋਣੇ ਸ਼ੁਰੂ ਹੋ ਜਾਣਗੇ। ਤੇ ਜਦੋਂ ਤੁਹਾਡੀ ਜ਼ਿੰਦਗੀ 'ਚ ਫੈਸਲੇ ਗਲਤ ਹੋਣੇ ਸ਼ੁਰੂ ਹੋ ਜਾਂਦੇ, ਤੁਹਾਡੇ ਨਿਰਣੇ ਗਲਤ ਸ਼ੁਰੂ ਹੋ ਜਾਂਦੇ, ਤੁਹਾਡੀ ਚੋਣ ਗਲਤ ਸ਼ੁਰੂ ਹੋ ਜਾਂਦੀ ਹੈ, ਫਿਰ ਕੋਈ ਦੁਨੀਆ ਦੀ ਤਾਕਤ ਤੁਹਾਡੀ ਜ਼ਿੰਦਗੀ ਨੂੰ ਸਹੀ ਨਹੀਂ ਕਰ ਸਕਦੀ, ਕੋਈ ਉਪਾਅ। ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਇੱਕ ਬਚਨ ਹੈ। ਪਾਤਸ਼ਾਹ ਜੀ ਕਹਿੰਦੇ, ਸੁਖ ਕੇ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੈ ਦੁਆਰ ਸੁਹਾਨ ਜਿਉ ਡੋਲਤ, ਨਹਿ ਸ਼ੁਧ ਰਾਮ ਭਜਨ ਕੀ। ਗੁਰਦੇਵ ਕਹਿੰਦੇ ਕਿ ਜਿਹੜੀ ਚੀਜ਼ ਦੀ ਪ੍ਰਾਪਤੀ ਦੇ ਲਈ ਤੂੰ ਦੌੜਦਾ ਹੈ, ਤੈਨੂੰ ਦੌੜਨ ਦੀ ਜ਼ਰੂਰਤ ਨਹੀਂ, ਤੂੰ ਦੇਖ ਵੀ ਬੀਜਿਆ ਹੈ ਮੈਂ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਤੂੰ ਬੀਜਿਆ ਹੈ ਸੁਖ, ਬੀਜਿਆ ਹੈ। ਅਗਰ ਬੀਜਿਆ ਹੈ ਤੇ ਮਿਲੇਗਾ ਨਾ। ਭਾਈ ਗੁਰਦਾਸ ਜੀ ਕਹਿੰਦੇ ਇੱਥੇ ਕੁਦਰਤ ਦਾ ਨਿਯਮ ਇਹ ਹੈ, ਦਿੱਤਾ ਲਈਏ ਆਪਣਾ, ਅਣ ਦਿੱਤਾ ਕਛ ਹੱਥ ਨਾ ਆਵੇ। ਇਹ ਗੱਲ ਨੂੰ ਚੇਤੇ ਰੱਖਿਓ, ਜਦੋਂ ਫੁੱਲ ਸੁਗੰਧ ਨਾਲ ਭਰ ਜਾਂਦਾ ਨਾ ਤੇ ਸੁਗੰਧ ਉਸ ਫੁੱਲ ਚੋਂ ਡੁੱਲਣੀ ਸ਼ੁਰੂ ਹੋ ਜਾਂਦੀ ਹੈ, ਡੁੱਲਦੀ ਹੈ। ਜਿਹੜੀ ਚੀਜ਼ ਡੁੱਲਦੀ ਹੈ ਇਹਦਾ ਅਰਥ ਹੈ ਅੱਗੇ ਜਾਏਗੀ। ਹੁਣ ਫੁੱਲ ਚੋਂ ਸੁਗੰਧ ਡੁੱਲਦੀ ਹੈ, ਉਹ ਤੁਹਾਡੇ ਤੱਕ ਵੀ ਪਹੁੰਚਦੀ ਹੈ। ਕੁਝ ਚੀਜ਼ਾਂ ਨਾਲ ਅਸੀਂ ਨੱਕੋ ਨੱਕ ਭਰ ਜਾਂਦੇ ਆ, ਉਹ ਫਿਰ ਸਾਡੇ ਚੋਂ ਡੁੱਲਦੇ ਨੇ। ਤੇ ਦਿੱਕਤ ਪਤਾ ਕੀ ਹੈ? ਜਿਹੜੀ ਚੀਜ਼ ਤੁਹਾਡੇ ਚੋਂ ਡੁੱਲਦੀ ਹੈ, ਜਿਹੜੀ ਚੀਜ਼ ਤੁਹਾਡੇ ਤੋਂ ਅੱਗੇ ਜਾ ਰਹੀ ਹੈ, ਉਹ ਚੀਜ਼ ਕੁਦਰਤ ਦਾ ਇਹ ਨਿਯਮ ਹੈ, ਉਹ ਚੀਜ਼ ਫਿਰ ਤੁਹਾਡੇ ਕੋਲ ਆ ਜਾਣੀ ਹੈ। ਜਿਹੜੀ ਚੀਜ਼ ਤੁਹਾਡੇ ਤੋਂ ਸ਼ੁਰੂ ਹੋਈ ਹੈ ਨਾ, ਉਹਨੇ ਤੁਹਾਡੇ ਤੇ ਆ ਕੇ ਸਮਾਪਤੀ ਕਰਨੀ ਹੈ। ਔਰ ਜਿੰਨੀ ਤੁਸੀਂ ਅੱਗੇ ਭੇਜੀ ਹੈ, ਜਿੰਨੀ ਵੀ ਭੇਜੀ ਹੈ, ਉਹ ਸਿਰਫ ਉਨੀ ਹੀ ਵਾਪਸ ਨਹੀਂ ਪਰਤਣੀ, ਕਈ ਗੁਣਾ ਵੱਧ ਕੇ ਵਾਪਸ ਪਰਤਣੀ ਹੈ ਜੋ ਵੀ ਤੁਸੀਂ ਭੇਜਦੇ ਪਿਓਗੇ। ਇਸੇ ਕਰਕੇ ਗੁਰਦੇਵ ਕਹਿੰਦੇ ਮਨਮੁਖ ਦੁੱਖ ਕਾ ਖੇਤ ਹੈ, ਕਿ ਮਨਮੁਖ ਬੰਦਾ ਜਿਹੜਾ ਹੈ ਉਹ ਦੁੱਖਾਂ ਦਾ ਖੇਤ ਹੈ। ਕਿਉਂ ਖੇਤ ਹੈ? ਉਹਦੀ ਦਿੱਕਤ ਹੈ। ਉਹਦੀ ਦਿੱਕਤ ਕੀ ਹੈ? ਉਹ ਦੁੱਖ ਬੀਜਦਾ ਹੈ, ਦੁੱਖ ਵੱਢਦਾ ਹੈ, ਦੁੱਖ ਵੰਡਦਾ ਹੈ। ਹੁਣ ਜਿਹੜੀ ਚੀਜ਼ ਤੁਸੀਂ ਵੰਡਣੀ ਸ਼ੁਰੂ ਕਰ ਦਿੱਤੇ ਨਾ ਪਿਆਰਿਓ, ਉਹ ਚੀਜ਼ ਕਈ ਗੁਣਾ ਵੱਧ ਕੇ ਤੁਹਾਡੇ ਤੱਕ ਵਾਪਸੀ ਕਰੇਗੀ। ਜੋ ਵੀ ਤੁਸੀਂ ਵੰਡਦੇ ਪਏ ਹੋ, ਜੋ ਤੁਹਾਡੇ ਤੋਂ ਸ਼ੁਰੂ ਹੋ ਰਿਹਾ ਹੈ, ਉਹ ਤੁਹਾਡੇ ਤੱਕ ਵਾਪਸ ਪਹੁੰਚਣਾ ਹੈ। ਕਿਉਂਕਿ ਮੈਂ ਕਈ ਵਾਰੀ ਇਹ ਬੇਨਤੀ ਕਰਦਾ ਹੁੰਦਾ ਕਿ ਦੁਨੀਆ ਗੋਲ ਹੈ, ਇੱਥੇ ਸਭ ਗੋਲ ਗੋਲ ਘੁੰਮਦਾ ਹੈ, ਸਭ ਕੁਝ। ਆਪ ਦੇਖ ਲਓ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਇਹ ਗੋਲ ਗੋਲ ਘੁੰਮੀ ਜਾਂਦੇ। ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਗੋਲ ਗੋਲ ਘੁੰਮੀ ਜਾਂਦੇ ਨੇ। ਬਰਸਾਤ ਹੋਈ ਹੈ, ਪਾਣੀ ਨਦੀਆਂ ਦੇ ਰੂਪ ਦੇ ਅੰਦਰ ਸਾਗਰ ਤੇ ਪਹੁੰਚਿਆ ਹੈ, ਸਾਗਰ ਦੇ ਅੰਦਰੋਂ ਬਾਸ਼ਪੀਕਰਨ ਹੋਇਆ ਹੈ, ਫਿਰ ਬੱਦਲ ਬਣ ਗਏ ਨੇ, ਉਹ ਫਿਰ ਵਰਖਾ ਹੋ ਗਈ ਹੈ। ਇਹ ਗੋਲ ਚੱਕਰ ਹੈ। ਸਭ ਕੁਝ ਇੱਥੇ ਗੋਲ ਹੈ। ਭਾਈ ਸਾਹਿਬ ਕਾਹਨ ਸਿੰਘ ਨਾਭਾ ਜੀ ਨੇ ਨਾ ਸੰਸਾਰ ਦਾ ਅਰਥ ਕੀਤਾ ਹੈ। ਆਪਾਂ ਜਗਤ ਦਾ ਅਰਥ ਕੀ ਕਰਦੇ ਹਾਂ, ਸੰਸਾਰ ਦਾ ਅਰਥ ਕੀ ਕਰਦੇ ਹਾਂ? ਭਾਈ ਸਾਹਿਬ ਨੇ ਅਰਥ ਕੀਤਾ ਹੈ, ਸੰਸਾਰ ਦਾ ਅੱਖਰੀ ਅਰਥ ਹੁੰਦਾ ਹੈ ਗੋਲ ਚੱਕਰ। ਇੱਥੇ ਸਭ ਗੋਲ ਗੋਲ ਘੁੰਮਦਾ ਪਿਆ। ਤੋ ਜਿਹੜੀ ਚੀਜ਼ ਤੁਸੀਂ ਚਾਹੁੰਦੇ ਹੋ ਤੁਹਾਡੇ ਤੱਕ ਪਹੁੰਚੇ, ਅੱਜ ਤੋਂ ਹੀ ਉਸ ਚੀਜ਼ ਨੂੰ ਬੀਜਣਾ ਸ਼ੁਰੂ ਕਰੋ। ਬੀਜੋਗੇ ਤੁਹਾਡੇ ਕੋਲ ਹੋਵੇਗੀ, ਤੁਹਾਡੇ ਕੋਲ ਹੋਵੇਗੀ, ਤੁਸੀਂ ਵੰਡੋਗੇ। ਜੇਕਰ ਵੰਡੋਗੇ, ਉਹ ਚੀਜ਼ ਕਈ ਗੁਣਾ ਵੱਧ ਕੇ ਫਿਰ ਤੁਹਾਡੇ ਤੱਕ ਪਹੁੰਚੇਗੀ। ਆ ਦੇਖੋ ਨਾ, ਤੁਸੀਂ ਧਰਤੀ ਨੂੰ ਇੱਕ ਬੀਜ ਦਿੱਤਾ, ਉਹਨੇ ਤੁਹਾਨੂੰ ਕਿੰਨੇ ਵਾਪਸ ਮੋੜ ਦਿੱਤੇ? ਆਪਣੇ ਕੋਲ ਰੱਖੇ ਥੋੜਾ ਨੇ, ਵਾਪਸ ਕਰ ਦਿੱਤੇ ਨੇ।